तू है गुरमता तू गुरबंदप मेरा सखा सखाए, जो हमरी बिद होती मेरे सतगुरा, साबिद तुम हर जानो हो आपे। हम रुलते फिरते कोई बात ना पूछता, गुर सतगुर संग कीरे हम थापे, गोबिंदे मुकंदे उदारे अपारे, हरियं करियं निर्नामे अकामे। सतनाम वाहिगुरु साहिब जीओ। भगवती छंद तव प्रसाद कथ ते, के आचेज देसै के आपेज पीसै, के आगंज करमै के आपंज परमै। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਜਾਪ ਸਾਹਿਬ ਦੀ ਵਿਚਾਰ ਚੱਲ ਰਹੀ ਹੈ ਔਰ ਇਸ ਵਿਚਾਰ ਦੇ ਅਧੀਨ ਅਸੀਂ ਭਗਵਤੀ ਛੰਦ ਦੀ ਆਰੰਭਤਾ ਕੀਤੀ ਸੀ। ਚਾਚਰੀ ਛੰਦ ਤੋਂ ਬਾਅਦ ਭਗਵਤੀ ਛੰਦ ਇਹਦੀ ਵਿਚਾਰ ਆਰੰਭ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਵਤੀ ਛੰਦ ਜਿਸ ਤਰ੍ਹਾਂ ਵਿਚਾਰ ਕੀਤੀ ਸੀ, ਤਾਕਤ ਨੂੰ ਆਖਿਆ, ਸ਼ਕਤੀ ਨੂੰ ਆਖਿਆ, ਭਗਵਤੀ ਸ਼ਸਤਰਾਂ ਨੂੰ ਵੀ ਆਖਿਆ, ਭਗਵਤੀ ਤੇਗ ਨੂੰ ਵੀ ਆਖਿਆ। ਪਰ ਹਰ ਕਾਰਜ ਦੇ ਪਿੱਛੇ ਜਿਹੜੀ ਸ਼ਕਤੀ ਕਾਰਜ ਕਰਦੀ ਹੈ, ਜਿਹਨੂੰ ਅਸੀਂ ਕਿ ਮਹਾਰਾਜ ਜੀ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ। ਧਰਤੀ ਤੇ ਪਾਣੀ, ਜੇ ਗਲਾਸ ਵਿੱਚ ਮਿੱਟੀ ਤੇ ਪਾਣੀ ਨੂੰ ਪਾਓ ਤੇ ਉਹ ਰਲ ਜਾਣਗੀਆਂ, ਘੁਲ ਜਾਏਗੀ ਮਿੱਟੀ ਪਾਣੀ 'ਚ। ਪਰ ਧਰਤੀ ਕੈਸੀ ਬਣਾ ਦਿੱਤੀ, ਧਰਤੀ ਵਿੱਚ ਪਾਣੀ ਵੀ ਟਿਕਿਆ ਹੋਇਆ ਹੈ। ਉਹ ਕਿਹੜੀ ਸ਼ਕਤੀ ਹੈ ਜਿਹੜੀ ਇਹਨੂੰ ਮਿਲਣ ਨਹੀਂ ਦਿੰਦੀ। ਸਰੀਰ ਪੰਜਾਂ ਤੱਤਾਂ ਦੇ ਵਿੱਚ ਵੱਖਰਾ ਵੱਖਰੇ ਤੱਤ ਵਿਚਰ ਰਹੇ ਨੇ, ਪਰ ਜਦ ਇਹ ਸਰੀਰ ਫਨਾ ਹੋ ਜਾਏਗਾ ਤੇ ਪੰਜੇ ਤੱਤ ਸਾਰੇ ਖਿੰਡ ਪਿੰਡ ਜਾਣਗੇ। ਇਹ ਸੰਯੁਕਤ ਰੱਖਣ ਵਾਲਾ ਕਿਹੜਾ ਐਸਾ ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਉਸ ਦੀ ਤਾਕਤ ਨੂੰ ਭਗਵਤੀ ਆਖਿਆ, ਉਸਦੀ ਹੋਂਦ ਨੂੰ, ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ। ਜੇ ਅਸੀਂ ਧਰਤੀ ਨਾਲ ਜੁੜੇ ਹੋਏ ਹਾਂ ਤੇ ਇਹ ਇੱਕ ਗ੍ਰੈਵੀਟੇਸ਼ਨਲ ਫੋਰਸ ਹੈ, ਤਾਕਤ ਹੈ। ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਤਾਕਤ ਦੇ ਰੂਪ ਨੂੰ ਭਗਵਤੀ ਕਹਿੰਦੇ। ਇਹ ਵੀ ਇੱਕ ਤਾਕਤ ਦਾ ਰੂਪ ਹੈ। ਅਸੀਂ ਭੋਜਨ ਖਾਂਦੇ ਹਾਂ, ਭੋਜਨ ਸਾਡੇ ਅੰਦਰ ਜਾਂਦਾ ਹੈ, ਇਹ ਅੰਦਰ ਲੈ ਕੇ ਜਾਣ ਵਾਲੀ ਚੀਜ਼ ਇੱਕ ਤਾਕਤ ਹੈ। ਅਸੀਂ ਫਿਰ ਇਸ ਭੋਜਨ ਖਾਦੇ ਹੋਏ ਭੋਜਨ ਦੀ ਸਾਡੀ ਐਨਰਜੀ ਬਣਦੀ ਹੈ, ਲਹੂ ਬਣਦਾ ਹੈ, ਕਿੰਨਾ ਕੁਛ ਇਹ ਵਰਤੇ ਹੋ ਜਾਂਦਾ ਹੈ। ਪਰ ਜਦ ਸਰੀਰ ਦੇ ਵਿੱਚ ਇਹ ਤਾਕਤ ਨਿਕਲ ਜਾਂਦੀ ਹੈ, ਫਿਰ ਸਰੀਰ ਦੇ ਵਿੱਚ ਕੁਛ ਨਹੀਂ ਜਾ ਸਕਦਾ। ਫਿਰ ਜਿੰਨਾ ਮਰਜ਼ੀ ਪਾਉਣ ਦਾ ਯਤਨ ਕਰੀਏ, ਸਰੀਰ ਮੁਰਦਾ ਹੋਏ ਤੇ ਕੁਛ ਨਹੀਂ ਜਾਂਦਾ। ਇਹਦਾ ਮਤਲਬ ਇਹ ਤੱਕ ਸ਼ਕਤੀ ਹੈ। ਇਹਨੂੰ ਪੀਰ ਵੀ ਆਖਿਆ, ਇਹਨੂੰ ਤੇਗ ਵੀ ਆਖਿਆ, ਇਹਨੂੰ ਸ਼ਸਤਰ ਵੀ ਆਖਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸ਼ਸਤਰਾਂ ਦੇ ਵੀ ਅਸੀਂ ਨਮਸਕਾਰ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਸਤਰਾਂ ਨੂੰ ਪੀਰ ਆਖਿਆ। ਇੱਕ ਤਖਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਜਦਾ ਸੀ, ਉੱਥੇ ਚੰਦੋਆ ਤੇ ਚੌਰ ਹੁੰਦਾ ਸੀ। ਨਾਲ ਇੱਕ ਤਖਤ ਤੇ ਸਤਿਗੁਰੂ ਜੀ ਸ਼ਸਤਰਾਂ ਨੂੰ ਸਜਾ ਕੇ ਉਹਦੇ ਉੱਤੇ ਚੰਦੋਆ ਵੀ ਤੇ ਚੌਰ ਵੀ ਹੁੰਦਾ ਸੀ। ਪ੍ਰਸ਼ਨ ਪੁੱਛਿਆ ਸਾਰਿਆਂ ਨੇ, ਕਈਆਂ ਨੇ ਪੁੱਛਿਆ ਕਿ ਸਤਿਗੁਰੂ ਜੀ ਇਹ ਸ਼ਸਤਰਾਂ ਦੇ ਉੱਤੇ ਚੰਦੋਆ ਤੇ ਚੌਰ ਕਿਉਂ? ਮਹਾਰਾਜ ਕਹਿੰਦੇ ਚੰਦੋਆ ਤੇ ਚੌਰ ਕਿਹਦੇ ਉੱਤੇ ਸੁਸ਼ੋਭਿਤ ਹੁੰਦਾ ਹੈ? ਕਹਿੰਦੇ ਜੀ ਤੁਸੀਂ ਪੀਰ ਹੋ ਤੇ ਤੁਹਾਡੇ ਉੱਤੇ ਚੰਦੋਆ ਵੀ ਹੈ ਤੇ ਚੌਰ ਵੀ ਹੈ। ਕਹਿੰਦੇ ਅਸੀਂ ਤੁਹਾਡੇ ਪੀਰ ਹਾਂ ਤੇ ਸਾਡੇ ਪੀਰ ਇਹ ਸ਼ਸਤਰ ਨੇ। ਇਸ ਕਰਕੇ ਅਸ ਕਿਰਪਾਨ ਖੰਡੋ ਖੜਕ ਤਪਕ ਤਬਰ ਅਰ ਤੀਰ, ਸੈਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਤੁਪਕ ਤਬਰ ਅਰ ਤੀਰ, ਇਹ ਸਾਰਾ ਕੁਝ ਅਸਤਰ ਵੀ ਤੇ ਸ਼ਸਤਰ ਵੀ। ਸ਼ਸਤਰ ਹੱਥੋਂ ਚਲਾਏ ਜਾਂਦੇ ਨੇ ਫੜ ਕੇ ਤੇਗ, ਅਸਤਰ ਜਿਹੜੇ ਛੱਡੇ ਜਾਂਦੇ ਨੇ, ਚੱਕਰ ਹੋ ਜਾਏ, ਤੀਰ ਕਮਾਨ ਹੋ ਜਾਏ, ਬਰਛਾ ਹੋ ਜਾਏ, ਤੋਪ ਹੋ ਜਾਏ, ਗੋਲੀ ਹੋ ਜਾਏ, ਸਾਰੇ। ਸੋ ਇਹ ਭਗਵਤੀ ਦੇ ਰੂਪ ਨੇ। ਭਗਵਤੀ ਭਗਵੰਤ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਨੇ ਵੀ ਕੀਤਾ ਹੈ। ਸੋ ਇਹ ਭਗਵਤੀ ਛੰਦ ਹੈ। ਉਹਦੀ ਤਾਕਤ ਕਿਹੜੀ ਕਿਹੜੀ ਹੈ, ਕਿਸ ਰੂਪ ਦੇ ਵਿੱਚ ਹੈ, ਔਰ ਖੂਬਸੂਰਤੀ ਹੈ ਇਸ ਛੰਦ ਦੀ। ਵਿੱਚੇ ਹੀ ਸੰਸਕ੍ਰਿਤ, ਵਿੱਚੇ ਹੀ ਫਾਰਸੀ, ਵਿੱਚੇ ਹੀ ਅਰਬੀ, ਵਿੱਚੇ ਹੀ ਬ੍ਰਿਜ ਭਾਸ਼ਾ। ਕਮਾਲ ਦਾ ਇਹ ਛੰਦ ਹੈ। ਕੈਸੀ ਇਸ ਧਰਤੀ 'ਤੇ ਕੋਈ ਕਵੀ ਨਹੀਂ ਐਸਾ ਜੰਮਿਆ ਕਿ ਜਿਹੜਾ
ਇੱਕੋ ਛੰਦ ਇੱਕੋ ਕਵਿਤਾ ਦੇ ਰੂਪ ਦੇ ਵਿੱਚ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਨੂੰ ਇਵੇਂ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਲਗਾ ਕੇ ਪੜ੍ਹਦੇ ਜਾਂ ਗਾਦੇ ਜਾਂ ਬਣਾਦੇ। ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਾ ਹੈ। ਭਗਵਤੀ ਛੰਦ ਤਵ ਪ੍ਰਸਾਦ ਕਥਤੇ, ਤੁਹਾਡੀ ਕਿਰਪਾ ਦੇ ਨਾਲ ਇਹ ਬਿਆਨ ਕੀਤਾ ਜਾ ਰਿਹਾ ਹੈ ਕਿ ਆ ਛਿਜ ਦੇਸੈ, ਆ ਛਿਜ ਦਾ ਮਤਲਬ ਕੱਪੜੇ ਦਾ ਪੁਰਾਣਾ ਹੋ ਜਾਣਾ, ਛਿਜ ਜਾਣਾ। ਪਰ ਵਾਹਿਗੁਰੂ ਤੇਰਾ ਦੇਸ਼, ਤੇਰੀ ਹੋਂਦ, ਜਿੱਥੇ ਤੂੰ ਰਹਿੰਦਾ ਤਿੱਥੇ ਤੂੰ ਸਮਰੱਥ, ਜਿੱਥੈ ਕੋਈ ਨਾ ਹੈ ਉੱਥੇ ਕੋਈ ਨਹੀਂ ਪਹੁੰਚ ਸਕਦਾ। ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਜੇ ਤੂੰ ਰੱਖਣ ਤੇ ਆਏ ਤੇ ਜੇ ਅਗਨ ਦੇ ਵਿੱਚ ਰੱਖ ਸਕਦਾ, ਮਾਤਾ ਦੇ ਗਰਭ ਵਿੱਚ ਵੀ ਰੱਖ ਸਕਦਾ ਤੇ ਬੰਦੇ ਨੂੰ ਫਿਰ ਬਾਹਰ ਦੀ ਦਿਖਦੀ ਮਾਇਆ ਦੇ ਵਿੱਚ ਵੀ ਰੱਖ ਸਕਦਾ, ਪਰ ਤੈਨੂੰ ਕੋਈ ਖਤਮ ਨਹੀਂ ਕਰ ਸਕਦਾ। ਕਿ ਆ ਭਿੱਜ ਭੇਸੈ, ਤੇਰਾ ਭੇਸ ਜਿਹੜਾ ਹੈ ਨਾ, ਕਹਿੰਦੇ ਉਹ ਭਿੱਜਦਾ ਨਹੀਂ ਹੈ ਕਿਸੇ ਨੂੰ ਵੇਖ ਕੇ ਜਾਂ ਕਿਸੇ ਦੇ ਪ੍ਰਭਾਵ ਵਿੱਚ ਨਹੀਂ ਆਂਦਾ। ਕਿ ਆਗੰਜ ਕਰਮੈ, ਆਗੰਜ ਕਿ ਤੈਨੂੰ ਕੋਈ ਪਾੜ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਕਿ ਆ ਭੰਜ, ਤੈਨੂੰ ਕੋਈ ਭੱਜ ਨਹੀਂ ਸਕਦਾ। ਤੇ ਭਰਮੈ, ਤੈਨੂੰ ਕੋਈ ਭਰਮ ਨਹੀਂ ਹੈ ਜੀ। ਕਿ ਆਪਿਜ ਲੋਕੈ ਕੇ ਆਦਿਤ ਸੋਕੈ, ਕਿ ਅਵਧੂਤ ਬਰਨੈ ਕੇ ਵਿਭੂਤ ਕਰਨੈ। ਸਾਰੇ ਲੋਕਾਂ ਵਿੱਚ ਤੂੰ ਮੌਜੂਦ ਹੈ ਵਾਹਿਗੁਰੂ, ਨਮਸਕਾਰ ਹੈ ਤੈਨੂੰ। ਪਰ ਤੂੰ ਆਪਿਜ ਹੈ, ਕਿਸੇ ਵੀ ਲੋਕ ਦੇ ਵਿੱਚ ਜਾਂ ਕਿਸੇ ਲੋਕਾਂ ਵਿੱਚ ਰਹਿੰਦਿਆਂ, ਤ੍ਰੈ ਲੋਕੀ ਮਾਇਆ ਵਿੱਚ ਰਹਿਣਾ, ਤ੍ਰੈ ਗੁਣੀ ਮਾਇਆ ਦੇ ਵਿੱਚ ਹੁੰਦਿਆਂ ਵੀ ਵਾਹਿਗੁਰੂ ਤੁਸੀਂ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋ, ਆਪਿਜ ਹੋ। ਤੁਹਾਡੇ ਉੱਤੇ ਰੰਚਕ ਮਾਤਰ ਮੈਲ ਨਹੀਂ ਹੈ। ਕਿ ਆਪ ਦਿੱਤ ਸੋਕੈ, ਸੋਕੈ ਸੋਕਣ ਵਾਲੇ ਹੋ। ਸੂਰਜ ਦੀ ਰੌਸ਼ਨੀ ਨੂੰ ਵੀ ਖਤਮ ਕਰਨ ਵਾਲੇ ਤੁਸੀਂ ਹੋ, ਸੂਰਜ ਤੋਂ ਵੀ ਤਾਕਤਵਰ ਤੁਸੀਂ ਹੋ। ਕਿ ਅਵਧੂਤ ਬਰਨੈ, ਧੂਤ ਮਾਇਆ ਨੂੰ ਵੀ ਆਖਿਆ ਅਵਧੂਤ, ਮਾਇਆ ਤੋਂ ਨਿਰਲੇਪ ਬਰਨੈ ਕਹਿੰਦੇ ਸਰੂਪ। ਇਸ ਲਈ ਮੈਂ ਬੇਨਤੀ ਕੀਤੀ ਸੀ ਕਿ ਬਰਨੈ ਦਾ ਇਹ ਲਫ਼ਜ਼ ਬਾਰ-ਬਾਰ ਆਏਗਾ, ਬਾਰ-ਬਾਰ ਆਏਗਾ। ਕਿ ਇਸ ਬਰਨੈ ਦਾ ਅਰਥ ਹੈ ਤੇਰਾ ਸਰੂਪ। ਜੇ ਕੋਈ ਚਿੱਤਰੇ, ਕੋਈ ਅਹਿਸਾਸ ਵਿੱਚ ਲਾਏ, ਆਈਦਰ ਵੀ ਇਮੈਜੀਨੇਟ, ਕਿ ਭਾਵੇਂ ਅਸੀਂ ਉਹਨੂੰ ਇਮੈਜਿਨ ਹੀ ਕਰੀਏ ਉਸ ਸਰੂਪ ਨੂੰ, ਕਿਹੋ ਜਿਹਾ ਜਿਹੜਾ ਮਾਇਆ ਵਿੱਚ ਨਹੀਂ ਹੈ। ਅਵਧੂਤ ਦਾ ਮਤਲਬ ਮਾਇਆ ਤੋਂ ਨਿਰਲੇਪ ਹੈ ਤੁਹਾਡਾ ਸਰੂਪ। ਕਿ ਵਿਭੂਤ ਕਰਨੇ, ਕਿ ਸਾਰਾ ਵਿਭੂਤ, ਵਿਭੂਤੀ ਨੂੰ ਸਾਰਾ ਦੌਲਤ ਸ਼ੋਹਰਤ ਵੀ ਆਖਿਆ। ਕਿ ਸਾਰੇ ਪਾਸੇ ਕਰਨ, ਦੌਲਤ ਸ਼ੋਹਰਤ ਤੇ ਗਿਆਨ ਵਿਭੂਤੀ ਨੂੰ ਨਿਰਲੇਪਤਾ ਵੀ ਆਖਿਆ, ਗਿਆਨ ਧਿਆਨ ਵੀ ਆਖਿਆ। ਇਹ ਸਾਰਾ ਕੁਝ ਦੇਣ ਵਾਲੇ ਤੁਸੀਂ ਹੋ। ਕਰਨਾ ਦਾ ਮਤਲਬ ਦੇਣ ਵਾਲੇ ਜੀ। ਕਿ ਰਾਜੰ ਪ੍ਰਭਾਹੇ ਕੇ ਧਰਮੰ ਤੂ ਜਾਹੇ, ਕਿ ਆਸ਼ੋਕ ਬਰਨੈ ਕੇ ਸਰਬਾ ਅਪਰਨੈ। ਤੁਹਾਡੇ ਰਾਜ ਦੀ ਪ੍ਰਭੂ ਸੱਤਾ ਕਦੀ ਖਤਮ ਨਹੀਂ ਹੋ ਸਕਦੀ, ਕੋਈ ਖਤਮ ਨਹੀਂ ਕਰ ਸਕਦਾ। ਇੱਥੇ ਵੱਡੇ ਵੱਡੇ ਆਏ, ਆ ਕੇ ਚਲੇ ਗਏ, ਪਰ ਤੁਹਾਡੇ ਰਾਜੰ ਪ੍ਰਭਾ, ਹਰ ਰਾਜ ਦੀ ਪ੍ਰਭਾ ਤੁਸੀਂ ਦਿੰਦੇ ਹੋ, ਹਰ ਰਾਜੇ ਨੂੰ ਤਾਕਤ ਤੁਸੀਂ ਦਿੰਦੇ ਹੋ। ਪਰ ਤੁਹਾਡੇ ਰਾਜ ਦੀ ਪ੍ਰਭਾ ਬੜੀ ਅਡੋਲ ਹੈ। ਕਿ ਧਰਮੰ ਤੁਜਾ ਹੈ, ਤੁਜਾ ਕਿਹਾ ਸੀ ਤਵਜ ਲਫ਼ਜ਼ ਤੋਂ, ਝੰਡਾ ਤਾਕਤ ਦਾ ਪ੍ਰਤੀਕ ਹੈ, ਨਿਸ਼ਾਨ। ਜਿਹਨੂੰ ਭਾਈ ਗੁਰਦਾਸ ਦੂਜੇ ਨੇ ਵੀ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ। ਇਹ ਬਚਨ ਵੀ ਪੜ੍ਹਦੇ ਹਾਂ। ਇੱਕ ਪੜ੍ਹਦੇ ਹਾਂ ਵਹਿ ਪ੍ਰਗਟਿਓ ਚੇਲਾ ਮਰਦ ਕਾ ਮਰਦਾਨ ਸਦਾਏ, ਜਿਨ ਸਭ ਪ੍ਰਿਥਵੀ ਕੋ ਜੀਤ ਕੇ ਨਿਸ਼ਾਨ ਚੁਲਾਏ। ਨਿਸ਼ਾਨ ਸਾਹਿਬ ਕੱਲਾ ਇਹ ਪ੍ਰਤੀਕ ਨਹੀਂ ਕਿ ਨਿਸ਼ਾਨ ਦਿਸੇ ਤੇ ਇੱਥੇ ਸਾਨੂੰ ਓਟ ਤੇ ਆਸਰਾ ਮਿਲੇਗਾ, ਨਹੀਂ। ਕੱਲਾ ਇਹ ਅਰਥ ਨਹੀਂ ਨਿਸ਼ਾਨ ਸਾਹਿਬ ਦਾ। ਨਿਸ਼ਾਨ ਤਵਜ ਦਾ ਇਹ ਅਰਥ ਹੈ ਜਿਹਨੂੰ ਕਿੱਥੋਂ ਵੀ ਸੱਚ ਦਾ ਨਿਆਂ ਨਹੀਂ ਮਿਲਦਾ, ਉਹ ਇਸ ਤਵਜ ਦੇ ਥੱਲੇ ਆ ਕੇ ਖੜਾ ਹੋ ਜਾਏ, ਉਹਨੂੰ ਨਿਆਂ ਮਿਲੇਗਾ ਹੀ ਮਿਲੇਗਾ। ਤੂੰ ਧਰਮ ਦਾ ਤੁਜਾਂ ਹੈ, ਤੂੰ ਕੋਈ ਧਰਮ ਦੇ ਉੱਤੇ ਵੀ ਆ ਕੇ ਕੋਈ ਧੱਕਾ ਕਰੇ, ਵਧੀਕੀ ਕਰੇ, ਤੇ ਰੱਬ ਫਿਰ ਤੇਰਾ ਝੰਡਾ ਬੁਲੰਦ ਹੈ। ਤੂੰ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ। ਇਹ ਤੇਰਾ ਨਿਆਂ ਹੈ ਕਿ ਆਸੋਕ ਬਰਨੈ ਸਭ ਜੋ ਦੀਸੈ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੈਨੂੰ ਕੋਈ ਸ਼ੋਕ ਨਹੀਂ ਹੈ, ਤੈਨੂੰ ਕੋਈ ਦੁੱਖ ਨਹੀਂ, ਚਿੰਤਾ ਨਹੀਂ। ਤੂੰ ਤੇਰਾ ਬਰਨੈ ਦਾ ਮਤਲਬ ਸਵਰੂਪ ਚਿੰਤਾ ਤੋਂ ਪਰਾ ਹੈ। ਸਾਡਾ ਸਵਰੂਪ ਚਿੰਤਾ ਵਾਲਾ ਹੈ। ਸਾਡੇ ਚਿਹਰੇ ਮੁਰਝਾਏ ਹੋਏ ਨੇ, ਸਾਡੇ ਮੱਥੇ 'ਤੇ ਤਿਉੜੀਆਂ ਹੈਗੀਆਂ, ਸਾਡਾ ਅੰਦਰ ਕੁਸਕਦਾ ਹੈ, ਕਚੀਚੀਆਂ ਵੱਟਦਾ ਹੈ ਚਿੰਤਾ ਦੇ ਵਿੱਚ। ਤੈਨੂੰ ਸ਼ੋਕ ਨਹੀਂ ਹੈ। ਕਿ ਸਰਭਾ ਅਭਰਨੈ। ਅਭਰਨ ਵੈਸੇ ਦੋ ਅਰਥ ਨੇ। ਭਰਨ ਸਾਰਿਆਂ ਨੂੰ ਭਰਨ ਵਾਲਾ ਤੇ ਖਾਲੀ ਕਰਨ ਵਾਲਾ ਵੀ ਤੂੰ ਹੈ। ਪਰ ਇੱਥੇ ਜਿਹੜੇ ਅਰਥ ਕੀਤੇ ਨੇ ਸੰਸਕ੍ਰਿਤ ਦੇ, ਆਭੂਸ਼ਣ ਤੋਂ ਅਰਥ ਕੀਤੇ ਨੇ। ਅਭਰਨੈ ਦਾ ਮਤਲਬ ਆਭੂਸ਼ਣ, ਆਭੂਸ਼ਣ ਹੁੰਦਾ ਜੀ ਸ਼ਿੰਗਾਰ। ਸ਼ਿੰਗਾਰ ਰਸ ਦੇ ਵਿੱਚ ਜਿਹੜੇ ਗਹਿਣਾ ਗੱਟਾ ਪਾਇਆ ਜਾਂਦਾ ਹੈ ਉਹਨੂੰ ਆਭੂਸ਼ਣ ਆਖਿਆ ਜਾਂਦਾ। ਕੋਈ ਕੰਨਾਂ 'ਚ ਪਾਏ, ਕੋਈ ਗਲੇ 'ਚ ਪਾਏ, ਕੋਈ ਬਾਹਾਂ 'ਚ ਪਾਉਂਦਾ, ਕੋਈ ਪੈਰਾਂ 'ਚ। ਹੁਣ ਆਭੂਸ਼ਣ ਕੀ ਹੈ? ਤੁਹਾਡਾ ਆਭੂਸ਼ਣ ਕੀ ਹੈ? ਤੁਹਾਡਾ ਆਭੂਸ਼ਣ ਤੁਹਾਡਾ ਪਸਾਰਾ ਹੈ। ਤੇ ਬੰਦੇ ਦਾ ਆਭੂਸ਼ਣ ਕੀ ਹੈ?
ਬੰਦੇ ਦਾ ਆਭੂਸ਼ਣ ਕੋਈ ਬਾਹਰ ਦੇ ਕੱਪੜੇ ਗਹਿਣੇ ਗੱਟੇ ਥੋੜੀ ਹੈ। ਮਨੁੱਖ ਦਾ ਸਭ ਤੋਂ ਵੱਡਾ ਆਭੂਸ਼ਣ ਹੈ ਉਹਦੀ ਆਤਮਾ। ਜੇ ਸਾਡੇ ਸਰੀਰ ਦੇ ਅੰਦਰ ਆਤਮਾ ਹੈ ਤੇ ਸਭ ਕੁਝ ਹੈ। ਜਿਸ ਦਿਨ ਇਹ ਆਭੂਸ਼ਣ ਨਿਕਲ ਗਿਆ, ਕਾਡੋ ਕਾਡੋ ਹੋਈ ਵਾਲਾ ਸੱਚ ਵਰਤੇਗਾ। ਅਸੀਂ ਕਹਿੰਦੇ ਆ ਨਹੀਂ ਜੀ, ਅਸੀਂ ਤੇ ਨਾਸਤਿਕ ਬੰਦੇ ਵੀ ਵੇਖੇ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ। ਮਹਾਰਾਜ ਕਹਿੰਦੇ ਕੌਣ ਐਸਾ ਇਸ ਧਰਤੀ ਤੇ ਜਿਹੜਾ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ। ਇਸ ਧਰਤੀ ਤੇ ਕੋਈ ਰੱਬ ਨੂੰ ਮੰਨਣ ਵਾਲਾ ਹੋ ਹੀ ਨਹੀਂ ਸਕਦਾ। ਕਹਿੰਦੇ ਕਿਉਂ? ਕਹਿੰਦੇ ਹਰ ਇੱਕ ਸਰੀਰ ਦਾ ਹੀ ਆਭੂਸ਼ਣ ਆਤਮਾ ਹੈ ਤੇ ਆਤਮਾ ਪਰ ਆਤਮ ਦਾ ਰੂਪ ਹੈ। ਕੌਣ? ਕੋਈ ਇਸ ਧਰਤੀ ਤੇ ਜਿਉਂਦਾ ਜਾਗਦਾ ਰੱਬ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਰੋਲਾ ਭਾਵੇਂ ਬੰਦਾ ਪਾਏ ਮੈਂ ਰੱਬ ਦੀ ਹੋਣ ਤੇ ਯਕੀਨ ਨਹੀਂ ਕਰਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕੋਈ ਬੰਦਾ ਮੈਨੂੰ ਲਿਆ ਕੇ ਦਿਖਾਓ ਜਿਹਦੇ ਅੰਦਰ ਤੇਰਾ ਆਭੂਸ਼ਣ ਨਾ ਹੋਏ, ਤੇਰਾ ਗਹਿਣਾ ਗੱਟਾ ਨਾ ਹੋਏ, ਭਾਵ ਤੂੰ ਨਾ ਹੋਏ, ਤੇਰੀ ਜੋਤ। ਮਨੁੱਖ ਦਾ ਸਭ ਤੋਂ ਵੱਡਾ ਸ਼ਿੰਗਾਰ ਵਾਹਿਗੁਰੂ ਜੀ ਦੀ ਜੋਤ ਹੈ। ਇਸ ਤੋਂ ਕੀਮਤੀ ਮਨੁੱਖ ਲਈ ਕੁਝ ਨਹੀਂ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਰੱਬ ਨੂੰ ਮੰਨਣ ਵਾਲੇ ਨੇ, ਕਿਉਂਕਿ ਜਿਉਂਦੇ ਵੀ ਤੇਰੀ ਜੋਤ ਤੇਰੇ ਸ਼ਿੰਗਾਰ ਕਰਕੇ ਆ। ਤੂੰ ਸਾਰਿਆਂ ਦਾ, ਸਰਬਾ ਦਾ ਮਤਲਬ ਸਾਰਿਆਂ ਦਾ ਸ਼ਿੰਗਾਰ ਹੈ। ਉਹ ਹੈ ਆਤਮ ਰੂਪ, ਜੋਤ ਰੂਪ, ਸਭ ਦੇ ਵਿੱਚ ਵਰਤ ਰਿਹਾ। ਸਭ ਮਹਿ ਜੋਤ, जोत है सोए। के जगतं कृति है, के छत्रं छत्री है, के ब्रह्मं स्वरूप है, के अनपव अनूप है। जगतं कृति है, सारे कृत दी, सारे जगत नूं सिरजण वाला तू है। कैसा डिज़ाइन किया वाहिगुरू तू सारी सृष्टि नूं। कमाल है परां तो परां, पहाड़ां दियां टीसियां, झरने वहिंदे, आसमान बदल, रंगां दे विच, फुल्लां दे विच। कमाल दी तू वनस्पति, वियोंतबंदी, रुखां दा अनंत अनंत तू भंडारा इत्थे लाया। किहड़ी खूबसूरती, जिथे मरूथल ने ते मरूथल ने। ते जे तू चाहे अपनी जगत कृति दे विच मरूथल नूं समुंदर भी बना दिंदा है ते समुंदरां नूं मरूथल भी बना दिंदा है। ये तेरी जगतन कृति है। कृत करन वाला है तू, छत्रंग छत्री है, सूरमियां दा वड्डा सूरमा तू है। जे कोई सूरमा कहे मेरे तो ताकतवर कोई नहीं, पर रब है ते तू ताकतवर है। सूरमिया तेरे विच वो वड्डा ताकतवर बैठा है ते तां तेरी ताकत है। कि ब्रह्मंग स्वरूप है, तेरा स्वरूप बरना ते स्वरूप है इक्को अर्थ विच आया। इत्थे लफ्ज़ स्वरूप वरत लिया, इत्थे ब्रह्मंग ब्रह्म नहीं वरतिया, क्योंकि वो ढुकदा नहीं होएगा, गुरु साहब आप जानते हैं। इस करके स्वरूप है ते ये बरना दा अर्थ इक्को ही है कि ब्रह्मंग स्वरूप है। तेरा जे स्वरूप है ब्रह्म रूप है, अदृष्ट रूप है, सब दे विच है। के अनभव अनूप है। ये दो अर्थ ने। अनभव का मतलब डर तो बिना तेरा स्वरूप है, तो अनभव का मतलब तू देखण दा, तू छूण दा, तू पावे नाल बन्नण दा, तैनू ओत पोत करन दा, जां मैं तैनू जफा पाला, तू एदा विशा नहीं है। रब वेखण दा विशा नहीं। असीं कहंदे रब दिखाओ। गुरु गोबिंद सिंह साहब कहंदे रब अनभव करन दा विशा है। ध्यान विच जुड़ो, उहदा सिमरन करो, ਉਹਨੂੰ ਚੇਤੇ ਕਰੋ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹਨੂੰ ਅਨੁਭਵ ਕਰੋ ਤੇ ਤੁਹਾਨੂੰ ਉਹ ਅਨੁਭਵ ਦੇ ਵਿੱਚ ਹੀ ਮਿਲੇਗਾ ਜੀ। कि आद अदेव है, के आप अपेव है, के चित्रं विहीन है, के कै अधीन है। आद तो अदेव, अदेव तेरे उत्ते कोई देवता नहीं वाहिगुरू। इस करके गुरु गोबिंद सिंह साहब कहते मैं किसी नूं नहीं मनदा, सब नूं नमस्कार, सब नूं मुबारक है। इस धरती ते 33 करोड़ देवी देवतियां नूं मुबारक है उहदी होंद, क्योंकि काल पाए ब्रह्मा बपधरा वाहिगुरू दा बनाया होया। पर तेरे तो उत्ते कोई देवता नहीं हो सकता, कोई देवी देवता तेनू चलाउण वाला नहीं हो सकता। कि आद अदेव है, देवते तो बिना कोई सिर दे उत्ते तेरा देवता होए ते दसे। कोई होर वड्डा चानण तेरे तो वड्डा नहीं। कि आप अभेव हैं, अपने आप तो अभेव का मतलब, अभेव का मतलब दसो जी, जिदा भेद ना पाया जा सके। ये बारंबार लफ्ज़ आया अभेव, जिदा भेद ना पाया जा सके। तू बिल्कुल अभेव रूप है। तेरे भेद नूं कल नूं तू की कर देना कुछ नहीं पता वाहिगुरू। कि चित्रंग बहीन है, बहीन का मतलब है बिना, हीन भाव कि चित्र तो बिना है। हीन कि तेरे चित्र नूं नाश बना भी नहीं सकता तो कोई नाश भी नहीं कर सकता। कि एक है अधीन है, कि तू अपने आप तू ही अपने हुक्म नूं मनाउंदा है। कोई ना तुहाडी अधीनगी है तो ना तुसी किसी दे अधीन हो। भाव कि तुसी बिल्कुल निर्लेप एक प्रभु सत्ता रखदे हो जी।
के रोजी रजा कै रही मेरी आके के पाक भी ऐब है के गैबुल गैब है। ਹੁਣ ਇੱਥੋਂ ਸੰਸਕ੍ਰਿਤ ਦੇ ਅੱਖਰ ਖਤਮ ਹੋਏ, ਇੱਥੋਂ ਹੁਣ ਫਾਰਸੀ ਸ਼ੁਰੂ ਹੋਈ ਹੈ। ਇਹ ਫਾਰਸੀ ਤੇ ਅਰਬੀ ਦੇ ਅੱਖਰ ਨੇ ਸਾਰੇ, ਬਿਲਕੁਲ ਪਿਓਰ ਫਾਰਸੀ, ਇਹ ਰੇਖਤਾ ਨਹੀਂ, ਇਹ ਫਾਰਸੀ ਹੈ ਸਾਰੀ। ਕਿ ਰੋਜ਼ੀ ਰਜ਼ਾਕ ਹੈ, ਰੋਜ਼ੀ ਦੇਣ ਵਾਲੇ ਹੋ। ਰਜ਼ਕ, ਰਜ਼ਾਕ ਦਾ ਮਤਲਬ ਰਿਜ਼ਕ ਵਿੱਚੋਂ ਆਇਆ, ਸਭ ਨੂੰ ਭੋਜਨ ਦੇਣ ਵਾਲੇ ਹੋ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਆਹਰ, ਜਾਂ ਰੋਜ਼ ਪੜ੍ਹਦੇ ਹਾਂ ਸੈਲ ਪੱਥਰ ਮੈਂ ਹੈ ਜੰਤ ਉਪਾਏ। ਸੈਲ ਕਹਿੰਦੇ ਪਹਾੜ ਪਰਬਤ, ਪੱਥਰ ਉਹਦੇ ਅੰਦਰ ਵੀ ਕੀੜੇ ਰੱਖੇ ਨੇ ਤੂੰ ਬਣਾ ਕੇ। ਸੈਲ ਪੱਥਰ ਮੈਂ, ਜਪੋ ਜੀ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਤਰਿਆ। ਤੂੰ ਪਹਿਲਾਂ ਰਿਜ਼ਕ ਬਣਾਇਆ ਫਿਰ ਜੀਵ ਜੰਤ ਬਣਾਇਆ। ਕਿ ਰੋਜ਼ੀ ਰਜ਼ਾਕ ਹੈ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ, ਰੋਜ਼ੀ ਦੇਣ ਵਾਲਾ। ਇਹਨੂੰ ਹੀ ਜ਼ਫਰਨਾਮੇ ਦੀ ਸ਼ੁਰੂਆਤ ਦੇ ਵਿੱਚ ਕਿਹਾ ਕਮਾਲ ਖਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀ। ਕਿ ਸ਼ਹਿਨਸ਼ਾਹ ਖੂਬੀ ਦੇਹੋ ਰਹਿਨਮੂ ਕਿ ਬੇਗੂਨੋ ਬੇਚੂਨੋ ਚੂੰ ਬੇਨਮੂ। ਸਭ ਦੇ ਮੂੰਹ ਵਿੱਚ ਆ ਕੇ ਤੂੰ ਰਿਜ਼ਕ ਪਾਉਂਦਾ, ਪਰ ਕੋਈ ਵੇਖਦਾ ਨਹੀਂ ਕਦ ਤੂੰ ਆ ਕੇ ਰਿਜ਼ਕ ਦੇ ਗਿਆ। ਕਿਉਂ? ਤੇਰਾ ਰੂਪ ਨਹੀਂ, ਤੇਰਾ ਰੰਗ ਨਹੀਂ, ਤੇਰਾ ਕੋਈ ਚਿੱਤਰ ਨਹੀਂ। ਕਮਾਲ ਹੈ ਵਾਹਿਗੁਰੂ, ਸਭ ਨੂੰ ਆ ਕੇ ਪਾ ਜਾਂਦਾ। ਰਿਜ਼ਕ ਦਾ ਰੂਪ ਵੀ ਤੂੰ ਹੈ, ਥਾਲ ਦੇ ਵਿੱਚ ਪਿਆ ਹੋਇਆ ਭੋਜਨ ਵੀ ਤੂੰ ਹੈ, ਖਾਣ ਵਾਲਾ ਵੀ ਤੂੰ ਹੈ, ਭੋਗਣ ਵਾਲਾ ਵੀ ਤੂੰ ਹੈ, ਤਾਕਤ ਵੀ ਤੂੰ ਹੈ, ਸਭ ਕੁਝ ਤੂੰ ਹੈ, ਵਿਨਾਸ਼ ਕਰਨ ਵਾਲਾ ਵੀ ਤੂੰ ਹੈ। ਵਾਹ ਵਾਹ ਵਾਹ, ਕਮਾਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਹ ਹੈ ਉਹਦੀ ਭਗਵਤੀ, ਇਹਨੂੰ ਤਾਕਤ ਕਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹ ਤਾਕਤ ਹੈ, ਦੱਸੋ ਕੋਈ ਅੰਤ ਹੈ? ਕਿ ਰਹੀਮੈ ਰਿਹਾਕ ਹੈ, ਰਹਿਮ ਕਰਨ ਵਾਲਾ। ਇੱਥੇ ਕੋਈ ਰਹਿਮ ਕਰਨ ਵਾਲਾ ਇੱਕ ਦੋ ਵਾਰੀ ਤਿੰਨ ਵਾਰੀ ਕਰ ਦੇ, ਚੌਥੀ ਵਾਰ ਬੰਦਾ ਕਰੁਖਤ ਹੋ ਜਾਂਦਾ। ਹਾਂ ਮੈਂ ਐਸੀ ਰੋਗ ਵਾਲੀ ਬਿਰਤੀ ਹੈ, ਇਹਨੂੰ ਦੀਰਘ ਰੋਗ ਆਖਿਆ। ਪਰ ਸਦਾ ਹੀ ਵਾਹਿਗੁਰੂ ਤੁਸੀਂ ਰਹੀਮ ਕਰਨ ਵਾਲੇ ਹੋ, ਰਿਹਾਕ ਹੈ, ਰਿਹਾਈ ਦੇਣ ਵਾਲੇ ਹੋ। ਬੰਦੀ ਛੋੜ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 52 ਰਾਜਿਆਂ ਨੇ ਕਿਹਾ ਸੀ ਸਤਿਗੁਰ ਜੀ ਅੰਮ੍ਰਿਤ ਦੀ ਦਾਤ ਦੇ ਕੇ ਤੇ ਹੁਣ ਸਾਨੂੰ ਕੱਲਾ ਜ਼ਹਿਰ ਵਿੱਚ ਛੱਡ ਕੇ ਜਾਓਗੇ? ਮਹਾਰਾਜ ਕਹਿੰਦੇ ਜੇ ਆਇਆ ਫਿਰ ਛੱਡ ਕੇ ਨਹੀਂ ਜਾਵਾਂਗੇ, ਦਾਤਾ ਬੰਦੀ ਛੋੜ ਹੈ, ਨਾਲ ਲੈ ਕੇ ਜਾਵਾਂਗੇ। ਰਿਹਾ ਕਰਨ ਵਾਲਾ ਹੈ ਵਾਹਿਗੁਰੂ ਸਭ ਨੂੰ। ਤੇ ਸਤਿਗੁਰੂ ਜੀ 52 ਰਾਜਿਆਂ ਨੂੰ ਸਾਰਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਦੇ ਨੇ। ਇਹ ਇੱਕ ਉਹਦਾ ਰੂਪ ਹੀ ਹੈ, ਉਹ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਵਰਤ ਕੇ ਆਪਣੇ ਰੂਪ ਦਾ ਵਰਤਾਰਾ ਕਰ ਰਿਹਾ। ਇਹਨੂੰ ਹੀ ਕਿਹਾ ਰਹੀ ਮੈਂ, ਰਹਿਮ ਕਰਨ ਵਾਲਾ, ਰਿਹਾਕਾ ਹੈ, ਰਿਹਾਈ ਦੇਣ ਵਾਲਾ। ਕਿ ਪਾਕ, ਪਾਕ ਇਹ ਦੇਖੋ ਉਰਦੂ ਦੇ ਵਿੱਚ ਨਾ ਬੜੇ ਸਾਰੇ ਲਫ਼ਜ਼ ਨੇ ਜਿਹੜੇ ਦੁਹਰਾਏ ਗਏ ਨੇ। ਅਲਫ ਬੇ ਪੇ ਤੇ ਟੇ ਸੇ ਜਿਮ ਚੇਹੇ ਖੇ ਦਾਲ ਡਾਲ ਜਾਲ ਰੇ ਅੜੇ ਜ਼ੇ ਜੇ ਤੋਏ ਜ਼ੋਏ ਐਨ ਗੈਨ ਜ਼ੀਨ ਸ਼ੀਨ। ਹੁਣ ਇਹ ਕਾ ਇੱਕ ਤੇ ਕੇ ਆਉਂਦਾ, ਇੱਕ ਕੁਆਫ ਆਉਂਦਾ, ਇੱਕ ਕਾਫ ਗਾਫ ਆਉਂਦਾ। ਉਹ ਜਿਹੜਾ ਕਾ ਪੜਿਆ ਜਾਂਦਾ ਉਹ ਕਾ ਪੜਿਆ ਜਾਂਦਾ, ਕਾ ਸਟ੍ਰੈਸ ਦੇ ਕੇ। ਜਦ ਤੁਹਾਡੀ ਜ਼ੁਬਾਨ ਤੁਹਾਡੇ ਤਲੇ ਦੇ ਨਾਲ ਦੱਬ ਕੇ ਬੋਲੇ ਕਾ, ਇਹਨੂੰ ਕੁਆਫ ਕਿਹਾ ਗਿਆ। ਇਹਨੂੰ ਪਾਕ, ਜਿਹੜਾ ਓਰੀਜਨਲ ਲਫ਼ਜ਼ ਹੈ ਨਾ ਕੁਰਾਨ ਪਾਕ ਦਾ, ਕੁਰਾਨ ਪਾਕ ਮਜੀਦ ਦਾ, ਉਹ ਪਾਕ ਹੈ, ਉਹ ਕਾ ਦੇ ਨਾਲ ਨਹੀਂ ਹੈ। ਕਿਉਂਕਿ ਕੇ ਲਫ਼ਜ਼ ਜਿਹੜਾ ਹੈ ਨਾ, ਉਹ ਕੇ ਲਫ਼ਜ਼ ਆਮ ਵਸਤੂਆਂ ਲਈ ਵਰਤਿਆ ਜਾ ਸਕਦਾ ਹੈ, ਪਰ ਇਸਲਾਮ ਜਦ ਵੀ ਖੁਦਾ ਦੇ ਲਈ, ਉਹ ਹੁਣ ਖਾ ਵੀ ਦੋ ਤਰ੍ਹਾਂ ਦੇ ਲਈ ਨੇ। ਹੁਣ ਇੱਕ ਖੁਦਾ ਹੈ, ਇੱਕ ਖੁਦਾ ਹੈ। ਖੁਦਾ ਮਤਲਬ ਟੋਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਥਾਂ ਥਾਂ 'ਤੇ ਖੁਦਿਆ ਪਿਆ, ਪਰ ਖੁਦਾ ਕਹਿੰਦੇ ਜਦ ਲਫ਼ਜ਼ ਰੱਬ ਲਈ ਵਰਤਣੇ ਨੇ ਤੇ ਅੱਖਰ ਵੀ ਵੱਖਰੇ ਘੜਾਂਗੇ। ਇਹ ਹੈ ਉਰਦੂ ਦੀ ਖੂਬਸੂਰਤੀ ਕਿ ਤੁਮੇ ਆ ਜਾਏਂਗੀ ਆਦਾਬ ਹਸਤੀ। ਉਰਦੂ ਸੇ ਮੁਹੱਬਤ ਕਰਕੇ ਦੇਖੋ, ਤੁਹਾਨੂੰ ਰੱਬ ਨਾਲ ਐਵੇਂ ਪਿਆਰ ਹੋ ਜਾਏਗਾ ਜਦ ਤੁਸੀਂ ਉਰਦੂ ਸਿੱਖਣ ਲੱਗ ਜਾਓਗੇ। ਆਦਾਬ ਹਸਤੀ ਆ ਜਾਏਗੀ, ਉਹਦੀ ਹਸਤੀ ਨੂੰ ਉਹਦੀ ਮੁਹੱਬਤ ਮਿਲ ਜਾਏਗੀ, ਕਿਉਂਕਿ ਉਹਨੂੰ ਬੁਲਾਉਣ ਦਾ ਤਰੀਕਾ ਹੀ ਅਲੱਗ ਹੈ, ਉਹਨੂੰ ਬੁਲਾਉਣ ਦੇ ਅੱਖਰ ਹੀ ਅਲੱਗ ਨੇ। ਪਾਕ, ਪਵਿੱਤਰ। ਬਾਕੀ ਲਫ਼ਜ਼ ਲਈ, ਕਿਤਾਬ ਲਈ ਕਾ ਨਹੀਂ ਵਰਤਿਆ ਜਾਂਦਾ, ਉਹ ਆਮ ਹੈ। ਹੋਰ ਕਿੰਨੇ ਲਫ਼ਜ਼ ਅਸੀਂ ਵਰਤਦੇ ਹਾਂ, ਕਾਨ, ਉਹ ਵੀ ਕਾ ਕੱਕੀ ਕੇ ਨਾਲ ਵਰਤਿਆ ਜਾਂਦਾ। ਹੋਰ ਕਿੰਨੇ ਲਫ਼ਜ਼ ਅਸੀਂ ਵਰਤਦੇ ਹਾਂ, ਨਾਕ, ਉਹ ਨਾਕ ਨਹੀਂ ਵਰਤੇ। ਪਰ ਜਦ ਖੁਦਾਈ, ਜਦ ਪਵਿੱਤਰ ਪਾਕ ਗੱਲਾਂ ਹੋਣਗੀਆਂ, ਉੱਥੇ ਅੱਖਰ ਵਰਤੇ ਜਾਣਗੇ। ਜੇ ਇਹਨੂੰ ਪਾਕ ਪੜ੍ਹੋਗੇ ਤਾਂ ਖੂਬਸੂਰਤੀ ਹੈ, ਉਹਾਂ 'ਤੇ ਅਸੀਂ ਪਾਕ ਵੀ ਪੜ੍ਹੀ ਜਾਂਦੇ ਹਾਂ, ਕੋਈ ਐਸੀ ਗੱਲ ਨਹੀਂ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸਿਖਰ ਸੀ ਪਾਤਸ਼ਾਹਾਂ ਦੇ, ਪਾਖਾਵਾਂ ਦੇ ਉਹ ਮਾਲਕ ਸਨ, ਉਹ ਦਾਤੇ ਸਨ ਗਿਆਨ ਵਿਗਿਆਨ ਦੇ। ਜੇ ਉਹਨਾਂ ਨੇ ਪਾਕ ਵਰਤਿਆ ਫਿਰ ਪਾਕ ਬੋਲੀਏ ਕਿ ਪਾਕ ਬੇਐਬ ਹੈ, ਐਬ ਨਹੀਂ ਹੈ ਵਾਹਿਗੁਰੂ ਤੇਰੇ ਵਿੱਚ। ਪਾਕ ਪਵਿੱਤਰ ਹੈ, ਪਾਕ ਦਾ ਮਤਲਬ ਪਵਿੱਤਰ ਤੋਂ ਪਵਿੱਤਰ, ਜਿਹਨੂੰ ਪੁਨੀਤ ਕਹਿੰਦੇ ਆ। ਬੇਐਬ, ਐਬ ਤੋਂ ਬਿਨਾਂ ਹੈ। ਕਿ ਗੈਬੁਲ, ਹੁਣ ਗੈ, ਗੈ, ਇਹ ਗੈਬ ਹੀ ਨਹੀਂ ਹੈ, ਇਹ ਗੈ ਹੈ।
ਗੱਗੇ ਪੈਰ ਬਿੰਦੀ ਵਾਲਾ। ਹੁਣ ਇਹਦੇ ਲਈ ਲਫ਼ਜ਼ ਵਰਤਿਆ ਇਸਲਾਮ ਦੇ ਵਿੱਚ। ਹੁਣ ਦੋ ਲਫ਼ਜ਼ ਇੱਕ ਹਾ ਬਿੰਦੀ ਵਾਲਾ ਵਰਤਿਆ ਜਾਏਗਾ, ਇੱਕ ਗਾ ਬਿੰਦੀ ਵਾਲਾ ਵਰਤਿਆ ਜਾਏਗਾ। ਗਾ ਤੇ ਅਸੀਂ ਪੜ੍ਹਦੇ ਹਾਂ ਬਿੰਦੀ ਵਾਲਾ, ਪਰ ਹਾ ਬਿੰਦੀ ਵਾਲਾ ਹਜੇ ਅਸੀਂ ਇਹ ਗੁਰਮੁਖੀ 'ਚ ਨਹੀਂ ਪੜ੍ਹਦੇ, ਪਰ ਇਸ ਬਾਣੀ ਦੇ ਵਿੱਚ ਹੈ। ਗੈਬ ਗੈਬ ਕਹਿੰਦੇ ਹੈ ਜਿਹੜੀ ਤਾਕਤ ਲੁਕੀ ਹੋਈ ਹੈ। ਕਿੰਨੇ ਜੀਵ ਜੰਤ ਲਈ ਅਸੀਂ ਮਾਈਕਰੋਸਕੋਪ ਵਰਤਦੇ ਹਾਂ, ਛੋਟੇ ਛੋਟੇ ਜਿਹੜੇ ਆਦ੍ਰਿਸ਼ਟ ਹੈਗੇ ਉਹ ਗੈਬੀ। ਵਾਹਿਗੁਰੂ ਜੋ ਨਹੀਂ ਦਿਸ ਰਿਹਾ ਉਹਦੇ ਵਿੱਚ ਵੀ ਤੂੰ ਹੈ। ਜਿਹੜੇ ਜੀਵ ਜੰਤ ਅੱਖਾਂ ਤੋਂ ਇਹ ਹੈ ਉਹਦੀ ਭਗਵਤੀ, ਇਹ ਤਾਕਤ ਸੁਣੋ ਉਹਦੀ ਤਾਕਤ ਕੈਸੀ ਹੈ। ਦਿਖਦਿਆਂ ਵਿੱਚ ਤੇ ਤੂੰ ਹੈ, ਪਰ ਜਿਹੜਾ ਗੈਬੁਲ ਗੈਬ, ਗੈਬੀ ਕਹਿੰਦੇ ਆ ਕਿ ਅਦ੍ਰਿਸ਼ਟ ਸ਼ਕਤੀ, ਗੈਬੀ ਸ਼ਕਤੀ ਹੈ ਕਿ ਤੂੰ ਜਿਹੜਾ ਨਹੀਂ ਵੀ ਦਿਖ ਰਿਹਾ, ਅਦ੍ਰਿਸ਼ਟ ਦੇ ਵਿੱਚ ਵੀ ਅਦ੍ਰਿਸ਼ਟ ਲੁਕਿਆ ਹੋਇਆ ਹੈ। ਜੋ ਨਹੀਂ ਵੀ ਦਿਸਦਾ ਉਹਨੂੰ ਵੀ, ਹੁਣ ਹਵਾ ਨਹੀਂ ਦਿਸਦੀ, ਹਵਾ ਵਿੱਚ ਵੀ ਤੂੰ ਹੈ। ਆਤਮਾ ਨਹੀਂ ਦਿਸਦੀ, ਉਹਦੇ ਵਿੱਚ ਵੀ ਤੂੰ ਹੈ। ਕਿ ਗੈਬੁਲ ਗੈਬ ਹੈ। ਕਿ ਅੱਗੇ ਸਤਿਗੁਰੂ ਜੀ ਕਹਿੰਦੇ ਲੁਕਿਆ ਤੋਂ ਲੁਕਿਆ ਹੈ ਜੀ। ਕਿ ਅਫਵਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਿਹੰਦ ਹੈ। ਅਫਵਲ ਅਫਵਲ ਇਹ ਬੜਾ, ਇਹ ਛੰਦ ਭਗਵਤੀ ਛੰਦ ਬੜੇ ਟਿਕਾ ਦੇ ਨਾਲ ਪੜ੍ਹਨ ਵਾਲਾ ਹੈ ਅਤੇ ਇਹਦੀ ਕਥਾ ਵੀ ਬਹੁਤ ਜ਼ੋਰ ਮੰਗਦੀ ਹੈ ਪਿਆਰਿਓ। ਬੜੇ ਘੰਟੇ ਲਗਾ ਕੇ ਤੇ ਸਿੰਘ ਸਾਹਿਬ ਨੇ ਸਾਨੂੰ ਇਸ ਛੰਦ ਦੀ ਕਥਾ ਕਰਾਈ ਸੀ। ਕਈ ਦਿਨ ਉਹਨਾਂ ਨੇ ਕਈ ਘੰਟੇ ਲਗਾਏ ਸੀ ਕਿ ਇਹਦੇ ਉੱਤੇ ਹੀ ਕਥਾ ਹੋਈ ਸੀ। ਕਿਉਂਕਿ ਜਿੱਥੇ ਫਾਰਸੀ ਆ ਜਾਏਗੀ, ਫਾਰਸੀ ਦੀ ਖੂਬਸੂਰਤੀ ਹੈ ਕਿ ਫਾਰਸੀ ਭਾਸ਼ਾ ਗੁੰਚਾ ਹੁੰਦੀ ਹੈ, ਕਿ ਭਾਵ ਕਿ ਇੱਕ ਅੱਖਰ ਕਈ ਰਮਜ਼ਾਂ ਨੂੰ ਖੋਲ੍ਹਦਾ ਹੈ। ਕਿ ਅਫਵੁਲ, ਅਫਵੁਲ ਕਹਿੰਦੇ ਆ ਬੜਾ ਕੋਮਲ, ਬੜਾ ਬਖਸ਼ਿੰਦ, ਬੜਾ ਮਾफ़ ਕਰਨ ਵਾਲਾ। ਤੇਰੇ ਅੱਗੇ ਵੀ ਕੋਈ ਖੜੇ ਹੋ ਕੇ ਗੁਨਾਹ ਕਰੇ ਤੇ ਤਾਂ ਵੀ ਤੂੰ ਅਫਵੁਲ ਹੈ। ਤੂੰ ਦੁਨੀਆ ਤੋਂ ਲੁਕਾ ਦਿੰਦਾ ਉਹਦਾ ਗੁਨਾਹ ਕਿ ਜਾ ਮੈਂ ਤੇਰੇ ਗੁਨਾਹ ਤੇ ਪਰਦਾ ਪਾ ਦਿੰਦਾ, ਸਿਰਫ ਮੈਂ ਜਾਣਦਾ, ਮੈਂ ਕਿਸੇ ਨੂੰ ਨਹੀਂ ਦੱਸਣ ਦਾਂਗਾ ਕਿ ਤੂੰ ਕਿੰਨਾ ਵੱਡਾ ਗੁਨਾਹ ਕੀਤਾ। ਇਹ ਉਹਦੀ ਇਹ ਸ਼ਕਤੀ ਹੈ ਕਿ ਜੇ ਤੇਰੇ ਗੁਨਾਹ ਨੂੰ ਪਤਾ ਲੱਗ ਜਾਏ ਤੇ ਤੇਰੇ ਪਿਆਰ ਵਾਲੇ, ਤੇਰੇ ਸਕੇ ਵੀ ਤੈਨੂੰ ਨਹੀਂ ਬੁਲਾਉਣਗੇ, ਪਰ ਮੈਂ ਅਫਵੁਲ ਹਾਂ। ਮੈਂ ਇੰਨਾ ਬਖਸ਼ਿੰਦਾ ਕਿ ਤੇਰੇ ਸਭ ਤੋਂ ਭੈੜੇ ਗੁਨਾਹ ਨੂੰ ਵੀ ਮੈਂ ਲੁਕਾ ਦਾਂਗਾ। ਇਹ ਹੈ ਉਹਦੀ ਤਾਕਤ ਕਿ ਅਫਵੁਲ ਗੁਨਾਹ ਹੈ, ਸਾਡੇ ਗੁਨਾਹਾਂ ਨੂੰ ਬਖਸ਼ਣ ਵਾਲਾ, ਪਰ ਲੁਕਾਉਣ ਵਾਲਾ ਇਹਨੂੰ ਕਿਹਾ, ਛੁਪਾਉਣ ਵਾਲਾ। ਕਿ ਸ਼ਾਹਨ ਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ ਪਾਤਸ਼ਾਹ, ਤੇਰੇ ਵਰਗਾ ਕੋਈ ਬਖਸ਼ਿੰਦ ਨਹੀਂ। ਕਿ ਕਾਰਨ ਕੁਨਿੰਦ ਹੈ, ਕੁਨਿੰਦ, ਕੁਨਿੰਦ ਕਾਰਨ ਦਾ ਮਤਲਬ ਹਰ ਕੁਝ ਕਰਨ ਦੇ ਪਿੱਛੇ, ਜੋ ਕੁਝ ਕਰ ਰਿਹਾ ਤੂੰ ਹੀ ਕਰ ਰਿਹਾ, ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਹੈ। ਕਿ ਰੋਜ਼ੀ ਦੇਹਿੰਦ ਹੈ, ਤੂੰ ਰੋਜ਼ੀ ਦੇਣ ਵਾਲਾ ਵੀ ਹੈ ਵਾਹਿਗੁਰੂ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖਤ 'ਤੇ ਬੈਠੇ ਨੇ ਕਿ ਉਸ ਤੋਂ ਪਹਿਲਾਂ ਹਮਲੇ ਨਹੀਂ ਹੁੰਦੇ। ਕਿੰਨੇ ਕੁ ਹਮਲੇ ਹੋਏ ਨੇ। ਉਸ ਤੋਂ ਪਹਿਲਾਂ ਸੁਲਹੀ ਚੜ੍ਹ ਕੇ ਆਇਆ, ਸੁਲਭੀ ਖਾਨ ਚੜ੍ਹ ਕੇ ਆਇਆ, ਤਾਨਸੇਨ ਧਮਕੀਆਂ ਦਿੰਦਾ, ਵਾਹਿਗੁਰੂ ਤਾਨਸੇਨ ਕਹਿ ਰਿਹਾ, ਬੀਰਬਲ ਧਮਕੀਆਂ ਦਿੰਦਾ ਗੁਰੂ ਅਰਜੁਨ ਸਾਹਿਬ ਜੀ ਨੂੰ। ਪਰ ਸਤਿਗੁਰੂ ਜੀ ਕਹਿੰਦੇ ਕਰਾਉਣ ਵਾਲਾ ਉਹੀ ਹੈ। ਇਸ ਕਰਕੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋਂ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋਂ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਧਿਆਇਆ। ਕਰਨ ਵਾਲਾ ਤੂੰ ਹੈ, ਜੇ ਚੜ੍ਹਾਉਣ ਵਾਲਾ ਵੀ ਤੂੰ ਹੈ ਤੇ ਰੋਕਣ ਵਾਲਾ ਵੀ ਤੂੰ ਹੈ। ਜੇ ਤੂੰ ਜਨਮ ਦੇਣ ਵਾਲਾ ਹੈ ਤੇ ਫਨਾ ਕਰਨ ਵਾਲਾ ਵੀ ਤੂੰ ਹੈ। ਕਿ ਕਾਰਨ ਕੁਨਿ, ਤਾਈਓਂ ਗੁਰੂ ਅਰਜੁਨ ਸਾਹਿਬ ਜਿਸ ਵੇਲੇ ਸ਼ਹਾਦਤ 'ਤੇ ਜਾਂਦੇ ਤੇ ਰੰਚਕ ਮਾਤਰ ਵੀ ਘਬਰਾਉਂਦੇ ਨਹੀਂ, ਕੋਈ ਅੰਦਰ ਡਰ ਨਹੀਂ, ਕੋਈ। ਇਹ ਕਾਰਨ ਕੁਨਿੰਦ ਹੈ। ਜੇ ਉਹਨੇ ਬਣਾ ਕੇ ਇੰਨਾ ਕੁਝ ਕੀਤਾ ਤੇ ਫਿਰ ਤਖਤੀ ਤਵੀ 'ਤੇ ਬੈਠਣ ਵਾਲੇ ਕੋਈ ਗੁਰੂ ਅਰਜੁਨ ਸਾਹਿਬ ਕਹਿੰਦੇ ਮੈਂ ਥੋੜ੍ਹੀ ਹਾਂ, ਇਹ ਉਹੀ ਬੈਠਣ ਵਾਲਾ ਹੈ। ਇਹ ਉਹਦੀ ਤਾਕਤ ਹੈ ਤਖਤੀ ਤਵੀ 'ਤੇ ਬਹਿ ਜਾਏ। ਹੋਰ ਕੋਈ ਬੈਠ ਸਕਦਾ ਇਸ ਧਰਤੀ 'ਤੇ? ਕੋਈ ਨਹੀਂ ਬੈਠ ਸਕਦਾ। ਆਰਿਆਂ ਦੇ ਨਾਲ ਆਪਣੇ ਆਪ ਨੂੰ ਕੋਈ ਪੜਵਾ ਸਕਦਾ? ਕੋਈ ਨਹੀਂ। ਕਾਰਨ ਕੁਨਿੰਦ ਹੈ, ਕਰਵਾਉਂਦਾ ਐਸੀ ਐਸੀ ਗੱਲਾਂ ਜਿਹਦੇ 'ਤੇ ਲੋਕ ਵਿਸ਼ਵਾਸ ਹੀ ਨਹੀਂ ਕਰਦੇ, ਉਹਦੇ ਪਿੱਛੇ ਵੀ ਤੂੰ ਹੈ। ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹਿੰਦ ਹੈ, ਰੋਜ਼ੀ ਦੇਹੰਦ ਹੈ। ਦੇਹੰਦ ਕਹਿੰਦੇ ਦੇਣ ਵਾਲਾ। ਦੇਹੰਦ ਦਾ ਮਤਲਬ ਹੁੰਦਾ ਹੈ ਦਿੰਦਾ ਹੈ, ਸਦਾ ਹੀ ਦਿੰਦਾ ਦੇ ਲੈਂਦੇ ਥੱਕ ਪਾਏ, ਤੂੰ ਰੋਜ਼ੀ ਦੇਹੰਦ ਹੈ, ਦੇਹੰਦ ਹੈ ਜੀ। ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ। ਰਿਜ਼ਕ ਦੇਣ ਵਾਲਾ ਹੈ, ਰਾਜ਼ਕ ਰਹੀਮ, ਰਹਿਮ ਕਰਨ ਵਾਲਾ ਹੈ, ਸਾਡੇ ਗੁਨਾਹਾਂ ਨੂੰ ਬਖਸ਼ ਕੇ ਵੀ ਦੇਈ ਜਾਂਦਾ ਹੈ। ਕਿ ਕਰਮੰ ਕਰੀਮ ਹੈ, ਕਰਮੰ ਦਾ ਮਤਲਬ ਬਖਸ਼ੀਸ਼, ਕਰੀਮ ਦਾ ਮਤਲਬ ਹੀ ਕਰੀਮਾ ਰਹੀਮਾ, ਅੱਲਾਹ ਤੂੰ ਗਨੀ, ਬੜਾ ਕਰਮ ਕਰਨ ਵਾਲਾ ਹੈ। ਕਰਮ ਦਾ ਮਤਲਬ ਹੁੰਦਾ ਹੈ ਕਿਰਪਾ, ਰਹਿਮ, ਤਰਸ, ਸਦਾ ਹੀ ਤੂੰ ਤਰਸ ਦੇ ਘਰ ਦੇ ਵਿੱਚ ਰਹਿੰਦਾ। ਕਿ ਸਰਬੰ ਕਲੀ ਹੈ, ਕਿ ਸਾਰਿਆਂ ਦੇ ਵਿੱਚ ਕਾਲ ਰੂਪ ਦੇ ਵਿੱਚ ਤੂੰ ਹੀ ਵਸ ਰਿਹਾ। ਕਾਲ ਦਾ ਵੀ ਤੂੰ ਕਾਲ ਹੈ। ਕਿ ਸਰਬੰਗ ਦਲੀ ਹੈ,
ਕਹਿੰਦੇ ਸਾਰਿਆਂ ਨੂੰ ਦਲਣ ਵਾਲਾ ਵੀ ਤੂੰ ਹੀ ਹੈ ਜੀ। केसर बत्र मान्य केसर बत्र दान्य केसर बत्र गौन केसर बत्र पाउन। ਹੁਣ ਫਿਰ ਸੰਸਕ੍ਰਿਤ ਸ਼ੁਰੂ ਹੋ ਗਈ ਜੀ। ਸਰਬਤਰ ਮਾਨਿਆ ਹੈ, ਸਰਬਤਰ ਦਾਨਿਆ ਹੈ, ਸਭ ਕੁਝ ਕਰਨ ਵਾਲਾ ਤੂੰ ਹੈ, ਮੰਨਣ ਵਾਲਾ ਤੂੰ, ਸਭ ਤੈਨੂੰ ਮੰਨਦੇ ਆ ਕਿ ਸਰਬਤਰ ਦਾਨਿਆ, ਸਭ ਨੂੰ ਦੇਣ ਵਾਲੇ ਵਾਹਿਗੁਰੂ ਜੀ ਤੁਸੀਂ ਹੋ। ਕਿ ਸਰਬਤਰ ਗੌਨ ਹੈ, ਅਸੀਂ ਇੱਕ ਥਾਂ ਤੇ ਬੈਠੇ ਹਾਂ ਤੇ ਇੱਕੋ ਥਾਂ ਤੇ ਸਾਰੀ ਥਾਂ ਤੇ ਸਰੀਰ ਨੂੰ ਗਮਨ ਨਹੀਂ ਕਰ ਸਕਦੇ, ਪਰ ਤੁਸੀਂ ਸਾਰੇ ਥਾਂ ਤੇ ਗਮਨ ਕਰ ਸਕਦੇ ਹੋ, ਜਾ ਸਕਦੇ ਹੋ। ਕਿ ਸਰਬਤਰ ਭਉਨੇ, ਸਾਰੇ ਭਵਨ ਤੁਹਾਡੇ ਨੇ, ਸਾਰੇ ਲੋਕ ਤੁਹਾਡੇ ਨੇ, ਸਾਰੀ ਧਰਤੀ ਦਾ ਖਿੱਤਾ ਖਿੱਤਾ ਕੋਨਾ ਕੋਨਾ ਹਰ ਕੁਝ ਰੰਚਕ ਤੋਂ ਰੰਚਕ ਮਾਤਰ, ਕਣ ਤੋਂ ਕਣ ਮਾਤਰ ਵਿੱਚ ਤੁਸੀਂ ਭੌਂਦੇ ਫਿਰਦੇ ਹੋ, ਹਰ ਥਾਂ ਮੌਜੂਦ ਹੋ ਜੇ। केसर बत्र देसै केसर बत्र पेसै केसर बत्र का राजै केसर बत्र साजै। ਇਹ ਸਾਰੇ ਸੰਸਕ੍ਰਿਤ ਦੇ ਲਫ਼ਜ਼ ਨੇ, ਪਿੱਛੇ ਵੀ ਪੜ੍ਹਿਆ ਕਿ ਸਾਰੇ ਦੇਸ਼ ਤੁਹਾਡੇ ਨੇ, ਕਿ ਸਾਰੇ ਭੇਸ ਤੁਹਾਡੇ ਨੇ। ਸਰਬਤਰ ਦਾ ਮਤਲਬ ਸਾਰੇ ਦੇ ਸਾਰੇ। ਕਿ ਸਰਬਤਰ ਰਾਜ ਹੈ, ਸਾਰਿਆਂ ਥਾਵਾਂ ਤੇ ਸਾਰੀਆਂ ਜਗ੍ਹਾ ਤੇ ਤੁਹਾਡਾ ਹੀ ਰਾਜ ਹੈ। ਹਰ ਇੱਕ ਦੇ ਦਿਲ ਤੇ ਤੁਹਾਡਾ ਰਾਜ ਹੈ, ਹਰ ਇੱਕ ਦੀ ਧਰਤੀ ਤੇ ਤੁਹਾਡਾ ਰਾਜ ਹੈ। ਕਿ ਸਰਬਤਰ ਸਾਜ ਹੈ, ਕਿ ਸਭ ਕੁਝ ਸਿਰਜਣ ਵਾਲੇ ਵਾਹਿਗੁਰੂ ਜੀ ਤੁਸੀਂ ਹੋ ਜੇ। केसर बत्र दीनै केसर बत्र लीनै केसर बत्र जाहो केसर बत्र पाहु। ਕਿ ਸਰਬਤਰ ਦੀਨਾ, ਦੀਨਾ ਦਾ ਮਤਲਬ ਦੇਣ ਵਾਲੇ। ਕਿ ਸਰਬਤਰ ਲੀਨਾ, ਲੈਣ ਵਾਲੇ, ਖੋਣ ਵਾਲੇ। ਦੇਣ ਵਾਲੇ ਵੀ ਤੁਸੀਂ ਹੋ। ਕੋਈ ਦੇਣ ਵਾਲਾ ਇੱਕ ਹੱਥ ਵੱਖਰਾ ਹੋਏ ਤੇ ਖੋਣ ਵਾਲਾ ਵੱਖਰਾ ਹੋਏ, ਫਿਰ ਤੇ ਰੱਬ ਦੋ ਹੋ ਗਏ ਨਾ। ਦੇਣ ਵਾਲੇ ਵੀ ਤੁਸੀਂ ਦਾਤਾਰ ਹੋ।